अस्सलाम वालेकुम दोस्तों, की हाल है तुहाडा? सेहत भी ठीक है माशाअल्लाह। दोस्तों अज बड़ा मेरे वास्ते ना खुशी का दिन है, बड़ा ही फखर का दिन है क्योंकि बाकी ਜਿਹੜੇ यूट्यूबर ਹੁੰਦੇ ਨਾ ਉਹਨਾਂ ਨੂੰ ਲੋਕ ਮਿਲਣ ਆਉਂਦੇ, ਉਹਨਾਂ ਦੇ ਨਾਲ ਪਿਆਰ ਮੁਹੱਬਤ ਕਰਦੇ ਤੇ ਬੜੀ ਬੜੀ ਦੂਰੋਂ ਮਿਲਣ ਆਉਂਦੇ। ਇਸ ਤਰ੍ਹਾਂ ਹੀ ਮੇਰੇ ਨਾਲ ਇੱਕ ਮੇਰਾ ਫੈਨ ਜਿਹੜਾ ਮੈਨੂੰ ਮਿਲਣ ਆਇਆ ਬੜੀ ਦੂਰੋਂ, ਤੇ ਇਸ ਟਾਈਮ ਅਸੀਂ ਬਾਹਰ ਨਿਕਲੇ ਹੋਏ ਹਾਂ। ਸੁਫਿਆਨ ਮੇਰੇ ਨਾਲ ਤੇ ਨਾਲ ਇਸ ਸਾਈਡ ਤੇ ਮੇਰਾ ਫੈਨ ਖੜਾ ਤੇ ਨਾਲ ਭੱਲੋ ਜੱਟ। ਫੈਨ ਦੇ ਨਾਲ ਮੁਲਾਕਾਤ ਕਰਵਾਈਏ ਤੁਹਾਡੀ। अस्सलाम वालेकुम, अस्सलाम वालेकुम। ਇਹ ਮੇਰਾ ਫੈਨ ਨਹੀਂ ਹੈਗਾ, ਮੇਰਾ ਯਾਰ ਹੈ, ਬੇਲੀ ਦੋਸਤ ਹੈ। ਜਿਹੜਾ ਮੇਰਾ ਫੈਨ ਹੈ ਨਾ ਵਾਕਈ ਆਣ ਡਿਆ, ਉਹ ਆਂਦਾ ਤੇ ਉਹਦੇ ਨਾਲ ਤੁਹਾਡੀ ਮੁਲਾਕਾਤ ਕਰਵਾਉਂਦੇ ਆ। ਉਹ ਸ਼ਾਹਕੋਟੋਂ ਨਿਕਲ ਆਇਆ, ਰਸਤੇ ਦੇ ਵਿੱਚ ਹਜੇ ਤਕਰੀਬਨ 10 ਤੋਂ 15 ਮਿੰਟ ਉਹਨੂੰ ਹੋਰ ਲੱਗ ਜਾਣੇ ਆਂਦਿਆਂ। ਉਨੀ ਦੇਰ ਮੈਂ ਕਿਹਾ ਯਾਰ ਪਿਛਲੀ ਸਾਈਡ ਤੇ ਬੈਕ ਸਾਈਡ ਤੇ ਆ ਜਾਈਏ, ਕਿਉਂਕਿ ਸਾਡੇ ਉੱਥੇ ਕਲੋਨੀ ਦੇ ਵਿੱਚ ਜਿਹੜਾ ਬਲਾਕ ਬਣਿਆ ਨਾ, ਉੱਥੇ ਫੈਮਲੀਆਂ ਇਸ ਟਾਈਮ ਬਾਹਰ ਬੈਠੀਆਂ ਹੁੰਦੀਆਂ, ਫੈਮਲੀਆਂ ਜਿਹੜੀਆਂ ਡਿਸਟਰਬ ਹੁੰਦੀਆਂ। ਇਸ ਵਜ੍ਹਾ ਤੋਂ ਅਸੀਂ ਆ ਚੁੱਕੇ ਹਾਂ ਜਨਾਬ, ਕਲੋਨੀ ਦੀ ਬੈਕ ਸਾਈਡ ਤੇ ਆ ਗਏ ਹਾਂ ਤੇ ਇੱਥੇ ਬਣਾ ਰਹੇ ਹਾਂ ਵਲੌਗ। ਤੇ ਇੱਥੇ ਉਹਨਾਂ ਨੂੰ ਬੁਲਾ ਕੇ ਤੇ ਇੱਥੇ ਵੀਡੀਓ ਬਣਾ ਕੇ ਇੱਥੇ ਤੇ ਉਸ ਤੋਂ ਬਾਅਦ ਫਿਰ ਉਹਨੂੰ ਘਰ ਲੈ ਜਾਵਾਂਗੇ, ਥੋੜੀ ਜਿਹੀ ਉਹਦੀ ਖਾਤਰ ਮਦਾਦ ਕਰਾਂਗੇ। ਫਿਰ ਉਹਨੂੰ ਕਹਾਂਗੇ ਠੀਕ ਹੈ ਭਾਈ, ਆਹ ਤੇਰੀ ਰਾਹ ਤੇ ਉਹ ਸਾਡੀ ਰਾਹ। ਤੇ ਬੜੀ ਖੁਸ਼ੀ ਦਾ ਦਿਨ ਹੈ ਅੱਜ ਮੇਰੇ ਵਾਸਤੇ ਕਿ ਦੂਰੋਂ ਐਡੀ ਦੂਰੋਂ ਮੇਰੇ ਖਿਆਲ ਦੇ ਵਿੱਚ ਨਾ ਅਕਾੜਿਓਂ ਆ ਰਿਹਾ ਬੰਦਾ। ਇੱਕ ਹੈ ਵੀ ਦੂਸਰੀ ਬਰਾਦਰੀ ਦਾ, ਮੈਂ ਹੈਗਾ ਜੱਟ ਬਰਾਦਰੀ ਦਾ ਤੇ ਉਹ ਹੈਗਾ ਅਰਾਈ ਬਰਾਦਰੀ ਦਾ। ਦੇਖ ਲਓ, ਪਿਆਰ ਮੁਹੱਬਤ ਹੋ ਜਾਏ ਜਾਂ ਫੈਨ ਬੰਦਾ ਬਣ ਜਾਏ ਜਾਂ ਕਿਸੇ ਨੂੰ ਕਿਸੇ ਨਾਲ ਕੋਈ ਚਾਹ ਹੋ ਜਾਏ ਤੇ ਫਿਰ ਬਰਾਦਰੀਆਂ, ਮਜ਼ਹਬ, ਰਿਸ਼ਤੇਦਾਰੀ ਉਹ ਫਿਰ ਪਿੱਛੇ ਰਹਿ ਜਾਂਦੀ ਇੱਕ ਚੀਜ਼। ਫਿਰ ਦੋਸਤੀ, ਯਾਰੀ ਤੇ ਪਿਆਰ ਮੁਹੱਬਤ ਅੱਗੇ ਆ ਜਾਂਦਾ। ਤੇ ਉਹ ਦੋਸਤ ਆ ਰਿਹਾ ਮੇਰਾ ਸੁਫਿਆਨ, ਭੱਲੋ ਤੇ ਮੈਂ ਤੇ ਮੇਰੇ ਨਾਲ ਸ਼ਾਨ ਤੇ ਮੇਰਾ ਕੁਲੀਗ ਵੀ ਹੈਗਾ। ਅਸੀਂ ਇਕੱਠੇ ਜੌਬ ਕਰਦੇ ਰਹੇ ਹਾਂ ਤੇ ਅਸੀਂ ਉਹਨੂੰ ਥੋੜੀ ਜਿਹੀ ਦਾਂਗੇ ਕੰਪਨੀ। ਉਹਨਾਂ ਦਾ ਫੋਨ ਆਇਆ ਕਿ ਹਜੇ ਥੋੜੇ ਜਿਹਾ ਡਿਲੇ ਹੈਗਾ, ਲੇਟ ਹੈਗੇ, ਤੇ ਉਨੀ ਦੇਰ ਅਸੀਂ ਅਬ ਪਿੱਛੇ ਘੁੰਮ ਲਈਏ, ਥੋੜਾ ਜਿਹਾ ਸੈਰ ਤੋਂ ਫਰੀ ਕਰ ਲਈਏ, ਉਸ ਤੋਂ बाद फिर वापस आवांगे। सुफियान बताएगा कहाँ जाना है, ज्यादा दूर नहीं जाना है ना, फिर वो आ जाएंगे यार, फिर ढूंढते रहेंगे। है झील के पास जाएंगे। झील इधर, चलो यार उधर आपको एक चीज दिखाते हैं, छोटी सी झील भी है, वहाँ आपको लेके चलते हैं। दोस्तों ਹੁਣ ਅਸੀਂ ਨਾ ਆਪਣੀ ਕਲੋਨੀ ਦੀ ਬੈਕ ਸਾਈਡ ਤੇ ਆ ਗਏ ਆ। ਮੇਰੀ ਬੈਕ ਸਾਈਡ ਤੇ ਤੁਸੀਂ ਦੇਖ ਸਕਦੇ ਹੋ ਫੈਕਟਰੀ, ਇੱਕ ਫੈਕਟਰੀ ਦਾ ਗੇਟ ਹੈਗਾ ਬਿਲਕੁਲ ਇਹਦੇ ਆਪੋਜ਼ਿਟ। ਬੈਕ ਸਾਈਡ ਤੇ ਫੈਕਟਰੀ ਨੂੰ ਇੱਥੋਂ ਖੇਤ ਲੱਗਦੇ ਨੇ, ਸਾਹਮਣੇ ਉਹ ਇੱਕ ਫੈਕਟਰੀ ਦਾ ਧੂੰਆਂ ਨਜ਼ਰ ਆ ਰਿਹਾ ਹੋਣਾ, ਉਹਦੀ ਚਿਮਨੀ ਦੇ ਵਿੱਚੋਂ ਧੂੰਆਂ ਨਿਕਲ ਰਿਹਾ। ਵੀ ਇੱਕ ਫੈਕਟਰੀ, ਇੱਕ ਕਾਰਖਾਨਾ। ਹੁਣ ਜਿੱਥੇ ਅਸੀਂ ਜਾ ਰਹੇ ਹਾਂ ਨਾ, ਉਹ ਦਿਖਾਣਾ ਤੁਹਾਨੂੰ। ਇੱਥੇ ਸਾਡੇ ਛੋਟਾ ਜਿਹਾ ਇੱਕ ਜੰਗਲ ਬਣਿਆ ਹੋਇਆ, ਨਾਲ ਪਾਣੀ ਖੜਾ ਹੁੰਦਾ। ਲੇਕਿਨ ਅੱਜ ਕੱਲ੍ਹ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਬਾਰਿਸ਼ਾਂ ਨਹੀਂ ਹੋ ਰਹੀਆਂ, ਸ਼ਾਇਦ ਉਹ ਝੀਲ ਇੱਕ ਬਣੀ ਛੋਟੀ ਜਿਹੀ, ਉਹ ਖੁਸ਼ਕ ਹੋਏ। ਉਹ ਦਿਖਾਉਂਦੇ ਆ ਤੁਹਾਨੂੰ। जो हमारे पुराने व्लॉगर होंगे ना, पुराने व्यूवर्स, हाँ जी, उनको पता होगा इधर हमने एक मरी हुई बर्ड देखी थी। हाँ जी, जे तुसी पुराने व्लॉग मेरे वेखे ना अज तो तकरीबन 6 महीने पहले, तो उदों तुहानूं पता होना ਅਸੀਂ ਇੱਥੇ ਆਉਂਦੇ ਹੁੰਦੇ ਸੀ। ਅਕਸਰ ਕਿਸੇ ਨੂੰ ਮਾਰ ਕੇ ਵੀ ਸੁੱਟ ਦਿੰਦੇ, ਪਤਾ ਨਹੀਂ ਲੱਗਦਾ। ਤੇ ਆਹ ਜਗ੍ਹਾ ਤੁਹਾਨੂੰ ਦਿਖਾਣੀ ਸੀ, ਉਹ ਹੋਈ ਹੈ ਤੇ ਖੁਸ਼ਕ ਪਈ ਹੈ। ਬਾਰਿਸ਼ ਹੁਣ ਨਾ ਹੋਣ ਦੀ ਵਜ੍ਹਾ ਤੋਂ ਸਾਰਾ ਜਿਹੜਾ ਖੁਸ਼ਕ ਪਿਆ, ਨਹੀਂ ਤੇ ਬਾਰਿਸ਼ ਹੋ ਜਾਏ ਨਾ ਤੇ ਇੱਥੇ ਤੱਕ ਭਰਿਆ ਰਹਿੰਦਾ। ਆਹ ਤੋੜ ਪਿੱਛੇ ਫੈਕਟਰੀਆਂ, ਉਹ ਵੀ ਤੁਹਾਨੂੰ ਦੱਸਿਆ ਹੀ ਜਿਵੇਂ ਫੈਕਟਰੀਆਂ ਦਾ ਧੂੰਆਂ ਹੈ। ਆ ਸਾਰੀਆਂ ਫੈਕਟਰੀਆਂ ਹੀ ਫੈਕਟਰੀਆਂ, ਆ ਸਾਹਮਣੇ ਜਿੰਨੀਆਂ ਵੀ ਨਜ਼ਰ ਆ ਰਹੀਆਂ ਨਾ, ਸਾਰੀਆਂ ਫੈਕਟਰੀਆਂ। ਜਿਹੜੀ ਜਗ੍ਹਾ ਤੇ ਮੈਂ ਇਸ ਟਾਈਮ ਖੜਿਆ ਨਾ, ਇੱਥੇ ਬਹੁਤ ਜ਼ਿਆਦਾ ਪਾਣੀ ਖੜਾ ਹੁੰਦਾ। ਤਕਰੀਬਨ ਮੇਰੇ ਇੱਥੇ ਤੱਕ ਪਾਣੀ ਆ ਜਾਂਦਾ। ਹੁਣ ਇਸ ਟਾਈਮ ਬਿਲਕੁਲ ਖੁਸ਼ਕ ਹੈ। ਆ ਥੱਲਿਓਂ ਵੀ ਤੁਸੀਂ ਜ਼ਮੀਨ ਵੇਖੋ, ਇਸ ਤਰ੍ਹਾਂ ਫਟੀ ਪੜੀ, ਪਿਆਸੀ ਪਈ, ਜਿਵੇਂ ਪਤਾ ਨਹੀਂ ਸਦੀਆਂ ਦੀ। ਪਾਣੀ ਦੀ ਇੰਨੀ ਕਿੱਲਤ ਹੁੰਦੀ। ਨਹੀਂ ਤੇ ਜਦੋਂ ਬਾਰਿਸ਼ਾਂ ਦਾ ਸੀਜ਼ਨ ਹੁੰਦਾ ਤੇ ਫਿਰ ਬਾਰਿਸ਼ਾਂ ਦੇ ਨਾਲੇ ਭਰ ਜਾਂਦੀ ਉੱਤੋਂ ਸਿੱਧਾ। ਸਾਹਮਣੇ ਜਿਹੜੇ ਪੌਦੇ ਤੁਹਾਨੂੰ ਨਜ਼ਰ ਆ ਰਹੇ, ਬਾਂਸ ਦੀ ਚੀਜ਼ ਹੈ। ਤੇ ਹੁਣ ਮੈਨੂੰ ਪੌਦੇ ਪਤਾ ਨਹੀਂ, ਤੁਹਾਨੂੰ ਕੋਲ ਜਾ ਕੇ ਵਿਖਾਣਾ। ਜੰਗਲ ਜਿਹਾ ਥੋੜਾ ਜਿਹਾ ਖਤਰਾ ਵੀ ਲੱਗ ਰਿਹਾ, ਲੇਕਿਨ ਕੋਲ ਜਾ ਕੇ ਦਿਖਾਣਾ। कोबरा वगैरह, ਹਾਂ सांप ਵਗੈਰਾ ਲਾਜ਼ਮੀ ਹੋਣਗੇ। ਹੁਣ ਤੁਹਾਨੂੰ ਦਿਖਾਉਂਦੇ ਆ ਕਿ ਜੰਗਲ ਜਿਹਾ ਬਣਿਆ ਨਾ, ਇਹ ਬਿਲਕੁਲ ਪਾਣੀ ਦੇ ਵਿੱਚ ਡੁੱਬਿਆ ਹੁੰਦਾ। ਆਹ ਦੇਖੋ ਨਾ, ਤੁਸੀਂ ਆਪ ਦੱਸੋ ਇਹ ਕਿ ਬਾਂਸ ਹੈ ਜਾਂ ਕੀ ਚੀਜ਼ ਹੈ? ਨਾ ਬਾंस है, देखो दीदी के पास भी है ऐसा। जहाँ पानी ज़्यादा होता है ना, वहाँ होते हैं। ये देखे, ये काने की टाइप का है। तो छोटे ਹੁੰਦੇ ਸੀ ਨਾ, ਇਹਦੀਆਂ ਕਲਮਾਂ ਬੜੀਆਂ ਬਣਾਉਂਦੇ ਹੁੰਦੇ ਸੀ ਕੱਟ ਕੇ। ਆਵਾਜ਼ ਆ ਰਹੀ ਤੁਹਾਨੂੰ ਵਿੱਚ ਚਿੜੀਆਂ ਦੀ, ਪਰਿੰਦਿਆਂ ਦੀ, ਤੇ ਥੋੜਾ ਜਿਹਾ ਖਤਰਾ ਜਿਹਾ ਵੀ ਲੱਗ ਰਿਹਾ। ਆਹ ਦੇਖੋ, ਇਹ ਥੱਲੇ ਗੁਫਾ ਜੀਆਂ ਬਣੀਆਂ ਹੋਈਆਂ, ਜਿਵੇਂ ਸੁਰੰਗਾਂ ਬਣੀਆਂ ਨਾ। ਆਹ ਦੇਖੋ, ਤੋੜ ਸੁਰੰਗਾਂ ਬਣੀਆਂ। चिड़ियों ने नेस्ट बनाए हैं। ਸੁਫਿਆਨ ਕਹਿੰਦਾ ਜੀ ਚਿੜੀਆਂ ਨੇ ਬਣਾਏ ਹੋਏ ਨੈਸਟ, ਹਾਂ ਯਾਨੀ ਘੋਂਸਲੇ ਵਗੈਰਾ ਬਣਾਏ। ਸੀਨ ਤੁਸੀਂ ਚੈੱਕ ਕਰੋ ਯਾਰ, ਥੱਲੇ ਕਿੱਡਾ ਜ਼ਬਰਦਸਤ। ਸਾਹਮਣੇ ਸੂਰਜ ਗਰੂਬ ਹੋ ਰਿਹਾ, ਫੈਕਟਰੀ ਦੀ ਦੂਸਰੀ ਤਰਫ ਕਈ ਪਰਿੰਦੇ ਉੱਡ ਰਹੇ ਨੇ। ਅਸੀਂ ਇੱਥੇ ਕਰ ਰਹੇ ਹਾਂ ਇੰਜੋਏ। ਫੋਨ ਆ ਗਿਆ ਦੋਸਤ ਦਾ, ਆ ਰਿਹਾ ਮਿਲਣ। ਵਾਪਸ ਚੱਲਦੇ ਹਾਂ ਅਸੀਂ। ਹੁਣ ਅਸੀਂ ਕਲੋਨੀ ਦੇ ਅੰਦਰਲੀ ਸਾਈਡ ਤੇ ਆਪਣੀ ਕਲੋਨੀ ਦੀ ਬੈਕ ਸਾਈਡ ਉੱਥੇ ਆ ਚੁੱਕੇ ਆ। ਆ ਬੈਕ ਸਾਈਡ ਵਾਲਾ ਰੋਡ ਹੈ ਕਲੋਨੀ ਦੇ ਅੰਦਰ। ਉਹ ਸਾਹਮਣੇ ਬੱਚੇ ਖੇਡ ਰਹੇ ਨੇ, ਸਾਹਮਣੇ ਉਹ ਤੁਸੀਂ ਦੇਖ ਸਕਦੇ ਹੋ। ਆਪਣੀ ਛੱਤ ਜਿਹੜੀ ਨਾ, ਉਹਦੇ ਉੱਤੇ ਨਵੀਆਂ ਦੀਵਾਰਾਂ ਚੁੱਕ ਕੇ ਤੇ ਹੋਰ ਕਮਰੇ ਬਣਾ ਰਹੇ ਨੇ। ਅਸੀਂ ਇੱਥੇ ਬਹਿ ਕੇ ਉਹਨਾਂ ਦਾ ਕਰਾਂਗੇ ਵੇਟ। ਪੱਲੋ ਆ ਯਾਦ ਹੀ ਆ ਕਿਹੜੀ ਜਗ੍ਹਾ? ਕੋਈ ਯਾਦ ਆਉਂਦਾ?
ਇੱਥੇ ਬਹਿ ਕੇ ਗੰਨੇ ਚੁੱਪੇ ਹਾਂ ਇੱਥੇ 5-6 ਸਾਲ ਪਹਿਲੇ ਨਾ ਬਹਿ ਕੇ ਤੇ ਗੰਨੇ ਚੂਪੀ ਦੇ ਹੁੰਦੇ ਸੀ ਇਸ ਜਗ੍ਹਾ ਤੇ ਬਹਿ ਕੇ। ਉਦੋਂ ਇਹਦੇ ਉੱਤੇ ਜਾਲੀ ਵੀ ਹੁੰਦੀ ਸੀ, ਹੁਣ ਜਾਲੀ ਜਿਹੜੀ ਟੁੱਟ ਗਈ। ਖੰਭਾ ਲੱਗਾ ਹੋਇਆ ਤੇ ਉਹ ਉੱਤੇ ਕੈਮਰੇ ਲੱਗੇ ਹੋਏ ਨੇ। ਅਸੀਂ ਇੱਥੇ ਬੈਠ ਕੇ ਵੇਟ ਕਰ ਰਹੇ ਹਾਂ ਤੇ ਫੋਨ ਉਹਨਾਂ ਦਾ ਆ ਗਿਆ ਗੇਟ ਤੋਂ। ਕਹਿੰਦੇ ਗੇਟ ਦੇ ਉੱਤੇ ਨਾ ਬੰਦੇ ਨਾਲ ਸਿਕਿਉਰਿਟੀ ਗਾਰਡ ਨਾਲ ਉਹਨਾਂ ਨੇ ਗੱਲ ਕਰਵਾਈ ਤੇ ਉਹ ਕਹਿੰਦੇ ਜੀ ਕਿੱਥੇ ਹੋ ਤੁਸੀਂ? ਇਸ ਟਾਈਮ ਮੈਂ ਦੱਸਿਆ ਤੇ ਆ ਰਹੇ ਨੇ। ਕਿੱਥੇ ਆ ਗਏ? ਹੋ ਆ ਗਏ ਜਨਾਬ, ਉਹ ਸਾਹਮਣੇ ਆ ਗਏ ਸਾਹਮਣੇ। ਹਾਂ ਆ ਜਾਓ ਭਾਜੀ। ਮਾਸ਼ਾਅੱਲਾ ਮਾਸ਼ਾਅੱਲਾ ਪਹੁੰਚ ਆਏ ਨੇ ਜਨਾਬ। ਮੇਰਾ ਪਹਿਲਾ ਵਿਊਅਰ ਜਿਹੜਾ ਨਾ ਮੈਨੂੰ ਮਿਲਣ ਆ ਗਿਆ। ਹੋਰ ਜੀ ਸਿਹਤ ਠੀਕ ਹੈ? ਸਹੀ ਪਹੁੰਚ ਗਿਆ ਮਾਸ਼ਾਅੱਲਾ। ਬਸ ਜੀ ਬਹੁਤ ਸਫ਼ਰ ਕਰਨ ਤੋਂ ਬਾਅਦ ਕੋਈ ਪਹੁੰਚੇ ਨਹੀਂ, ਤੁਸੀਂ ਹੈ ਕਿਹੜੀ ਜਗ੍ਹਾ ਤੇ ਵੈਸੇ? ਅੱਛਾ ਮੈਂ ਜੀ ਵੈਸੇ ਲਈ ਉਕਾੜੇ ਦਾ ਜੀ। ਅੱਛਾ ਅਕਾੜੇ ਤੋਂ ਤੁਸੀਂ ਸਵੇਰ ਦੇ ਤੁਰੇ ਹੋਏ ਹੋ? ਸਵੇਰ ਦਾ ਮੈਂ ਉਕਾੜੇ 'ਚ ਤਕਰੀਬਨ ਜੇ 11 ਵਜੇ ਮੈਂ ਤੁਰਿਆ ਸੀ ਤਾਂ ਤੇ ਅੱਛਾ ਉਸ ਤੋਂ ਜੀ। ਬਾਅਦ ਮੈਂ ਜੜਾ ਵਾਲਾ ਤੇ ਕ੍ਰਾਸ ਕਰਦਾ ਤਕਰੀਬਨ 2 ਵਜੇ ਮੈਂ ਪਹੁੰਚਿਆ ਜੀ ਇੱਥੇ। ਅੱਛਾ ਇਕੱਲੇ ਹੀ ਆਏ ਹੋ? ਬਿਲਕੁਲ ਜੀ ਇਕੱਲੇ ਆਏ ਆ। ਨਹੀਂ ਤੇ ਤੁਹਾਡੇ ਤੇ ਤੁਸੀਂ ਵੀਡੀਓ ਬਣਾ ਰਹੇ ਹੋ, ਨਾਲ ਕੈਮਰਾ ਕਿੰਨੇ ਫੜਿਆ ਹੋਇਆ ਸੀ? ਕੈਮਰਾ ਜੀ ਫਿਲਹਾਲ ਤੇ ਆ ਬੱਚੇ ਨੇ ਫੜਿਆ ਸੀ ਤਾਂ ਅੱਛਾ ਹੋਰ ਬਈ ਕੈਸੇ ਹੋ? ਬੱਚੇ ਨੇ ਠੀਕ ਮੈਂ ਹੋ? ਲਾਇਆ ਹੈਗਾ ਨਾਲ। ਇਹ ਵੀ ਨਾਲ ਉੱਥੋਂ ਕਾੜੀ ਗਿਆ? ਨਹੀਂ ਜੀ ਇਹ ਇੱਥੋਂ ਮੈਂ ਲਿਆ ਹੈਗਾ। ਅੱਛਾ ਸ਼ਾਹਕੋਟੋਂ ਆਏ? ਸ਼ਾਹਕੋਟੋਂ ਆਏ ਜੀ। ਤੁਸੀਂ ਥੋੜਾ ਜਿਹਾ ਨਾ ਗਲਤ ਆ ਗਏ। ਇਹ ਪਹਿਲੇ ਅੱਗੇ ਨਿਕਲ ਗਏ ਸੀ, ਉਤੋਂ ਫਿਰ ਵਾਪਸ ਆਏ ਨੇ। ਅੱਗੇ ਤਕਰੀਬਨ 2-3 ਕਿਲੋਮੀਟਰ ਅੱਗੇ ਜਾ ਕੇ ਫਿਰ ਇਹਨਾਂ ਨੂੰ ਪਤਾ ਲੱਗਿਆ ਕਿ ਕਲੋਨੀ ਦਾ ਬੜਾ ਆਸਾਨ ਜਿਹਾ ਰਸਤਾ ਸੀ, ਲੇਕਿਨ ਇਹ ਥੋੜੇ ਜਿਹਾ ਨਾ ਭਟਕ ਗਏ। ਪਹੁੰਚ ਆਏ ਨਾ? ਜੀ ਪਹੁੰਚ ਆਏ ਆ ਜੀ। ਪਹਿਲਾ ਵਿਊਅਰ ਜਿਹੜਾ ਨਾ ਮੈਨੂੰ ਹੁਣ ਹਜੇ ਤੱਕ ਮੇਰੀ ਵੀਡੀਓ ਤੁਸੀਂ ਦੇਖਿਆ ਹੋਣਾ, ਕੋਈ ਵਿਊਅਰ ਮੈਨੂੰ ਮਿਲਣ ਨਹੀਂ ਹਜੇ ਤੱਕ ਆਇਆ। ਕੋਈ ਆਂਦਾ ਵੀ ਹੈ ਨਾ ਤੇ ਮੈਂ ਅਕਸਰ ਕਿਤੇ ਨਾ ਕਿਤੇ ਨਿਕਲਿਆ ਹੁੰਦਾ। ਹੁਣ ਕੱਲ ਫੇਰ ਗੋਗਮੁੰਡੇ ਚਲੇ ਜਾਣਾ, ਉੱਥੋਂ ਫਿਰ ਮਰੀ ਚਲੇ ਜਾਣਾ ਅਸੀਂ ਸੈਰ ਤੇ। ਪਹਿਲਾ ਵਿਊਅਰ ਹੈ ਜਿਹੜਾ ਕਿ ਮੈਨੂੰ ਮਿਲਣ ਆਇਆ। ਮੋਸਟ ਵੈਲਕਮ ਜੀ। ਯਾਰ ਬਈ ਤੁਹਾਡੀ ਨਾ ਮੈਨੂੰ ਇੱਕ ਆਦਤ ਬਹੁਤ ਪਿਆਰੀ ਲੱਗਦੀ। ਜੀ ਜੀ ਤੁਸੀਂ ਹੁਕਮ ਜਿਹੜਾ ਹਰ ਬੰਦੇ ਨੂੰ ਨਾ ਕਮੈਂਟ 'ਚ ਰਿਪਲਾਈ ਜ਼ਰੂਰ ਦਿੰਦੇ ਜੀ। ਯਾਰ ਟਾਈਮ ਕੱਢ ਕੇ ਸਾਨੂੰ ਵੇਂਦੇ ਨੇ ਤੁਸੀਂ, ਜਦੋਂ ਵੇਂਦੇ ਹੋ ਨਾ ਸਾਨੂੰ ਤੇ ਸਾਨੂੰ ਬੜਾ ਅੱਛਾ ਲੱਗਦਾ। ਤੁਹਾਡੇ ਕਮੈਂਟਸ ਜਿਹੜੇ ਹੁੰਦੇ ਉਹਦਾ ਜਵਾਬ ਮੈਂ ਲਾਜ਼ਮੀ ਦੇਣਾ ਹੁੰਦਾ। ਕੋਈ ਕਮੈਂਟ ਜਿਹੜਾ ਨਾ ਰਹਿ ਨਾ ਜਾਏ, ਕੋਈ ਗਾਲ ਵੀ ਕੱਢ ਦਿੰਦਾ ਨਾ ਤੇ ਵਿੱਚ, ਤੇ ਮੈਂ ਉਹਨੂੰ ਵੀ ਬੜੇ ਅੱਛੇ ਤਰੀਕੇ ਨਾਲ ਉਹਨੂੰ ਜਵਾਬ ਲਾਜ਼ਮੀ ਦੇਣਾ। ਲੇਕਿਨ ਮੈਂ ਉਹਨੂੰ ਗਾਲ ਨਹੀਂ ਕੱਢੀ ਬੜੇ ਪਿਆਰ ਤੇ ਹਮਲ ਦੇ ਨਾਲ ਅੱਛਾ ਜਿਹਾ ਜਵਾਬ ਦੇਈਦਾ। ਫਿਰ ਵੈਸੇ ਬੰਦਾ ਉਹ ਵੀ ਜਿਹੜਾ ਨਾ ਸ਼ਰਮਿੰਦਾ ਹੋਣ ਲੱਗ ਪੈਂਦਾ। ਤੁਸੀਂ ਤੇ ਵੈਸੇ ਬੜਾ ਪਿਆਰ ਚ ਜਾਂਦੇ। ਚਲੋ ਭਾਜੀ ਆ ਜਾਓ, ਹੁਣ ਤੁਹਾਡੀ ਕੀ ਖਿਦਮਤ ਕਰੀਏ। ਜੀ ਇਰਫਾਨ ਭਾਈ ਸਾਨੂੰ ਮਿਲਣ ਆਏ ਸੀ, ਉਹਨਾਂ ਨੇ ਆਪਣੇ ਘਰ ਲੈ ਕੇ ਆਇਆ ਤੇ ਸਾਹਮਣੇ ਬੈਠੇ ਹੋਏ। ਉਹਨਾਂ ਨੇ ਕਿਹਾ ਕਿ ਤੁਹਾਡੇ ਨਾਲ ਨਾ ਥੋੜੀ ਜਿਹੀ ਵੀਡੀਓ ਬਣਾਣੀ ਤੇ ਸਵਾਲ ਜਵਾਬ ਪੁੱਛਣੇ। ਤੇ ਥੋੜਾ ਜਿਹਾ ਸ਼ੋਰ ਹੈ, ਬੱਚੇ ਨੇ ਛੱਤ ਤੇ ਚੱਲਦੇ ਆ। ਦੇਖਿਆ ਤੁਸੀਂ ਸ਼ੋਰ ਕਰ ਰਹੇ ਬੱਚੇ, ਤੇ ਬੱਚਿਆਂ ਨੇ ਖੇਡਣਾ ਵੀ ਹੁੰਦਾ, ਆਪਣੀ ਮਸਤੀਆਂ ਕਰਨੀਆਂ ਹੁੰਦੀਆਂ। ਤੇ ਇਹਨਾਂ ਨੂੰ ਹੁਣ ਲੈ ਕੇ ਜਾਂਦਾ ਮੈਂ ਛੱਤ ਤੇ, ਉੱਥੇ ਸਕੂਨ ਦੇ ਨਾਲ ਬਹਿ ਕੇ ਤੇ ਇਹਨਾਂ ਦਾ ਵਲੌਗ ਸ਼ੂਟ ਕਰਾਂਗੇ। ਇੱਧਰ ਆ ਜਾਓ ਆ ਛੱਤ ਤੇ, ਸਿੱਧਾ ਉੱਪਰ ਆ ਜਾਓ। ਕੋਈ ਨਹੀਂ ਮਸਲਾ, ਆ ਜਾਓ ਜੀ। ਛੱਤ ਤੇ ਨਾ ਥੋੜਾ ਜਿਹਾ ਕਿ ਹਜੇ ਥੋੜੀ ਰੋਸ਼ਨੀ ਹੈਗੀ ਤੇ ਤੁਹਾਡਾ ਸੀਨ ਸਹੀ ਆ ਜਾਏਗਾ। ਉੱਪਰ ਕੋਈ ਸਵਾਲ ਜਵਾਬ ਜਿਹੜੇ ਪੁੱਛਣੇ ਤੁਸੀਂ ਇੱਥੇ ਪੁੱਛ ਸਕਦੇ। ਅਸੀਂ ਇਸ ਟਾਈਮ ਬਹਿ ਚੁੱਕੇ ਹਾਂ ਛੱਤ ਤੇ। ਚਾਰ ਭਾਈ ਲੈਂਦੀ ਇਕਬਾਲ ਜੱਟ, ਜਿਹਨੂੰ ਅਸੀਂ ਪਿਆਰ ਦੇ ਨਾਲ ਭੱਲੋ ਜੱਟ ਕਹਿੰਦੇ ਆ, ਤੇ ਅਦਨਾਨ ਭਾਈ ਸਾਹਮਣੇ। ਇਰਫਾਨ ਭਾਈ ਕਹਿਣਾ ਕਿ ਇਰਫਾਨ ਭਾਈ ਨਾ, ਇਹਨਾਂ ਦੇ ਦੋ ਨੇ, ਅਦਨਾਨ ਭਾਈ ਤੇ ਇਰਫਾਨ ਭਾਈ। ਕਹਿੰਦੇ ਤੁਸੀਂ ਮੈਨੂੰ ਇਰਫਾਨ ਭਾਈ ਕਹਿਣਾ, ਤੇ ਠੀਕ ਹੈ ਭਾਈ, ਤੁਹਾਨੂੰ ਇਰਫਾਨ ਭਾਈ ਅੱਲਾਹ ਤੁਹਾਨੂੰ ਕਾਮਯਾਬ ਕਰੇ। ਤੇ ਜਿੰਨਾ ਤੁਸੀਂ ਮਿਹਨਤ ਕਰ ਰਹੇ ਹੋ ਨਾ, ਇਸ ਤਰ੍ਹਾਂ ਲੱਗੇ ਰਹਿਣਾ, ਮਿਹਨਤ ਨਹੀਂ ਛੱਡਣੀ। ਕਦੀ ਨਾ ਕਦੀ ਇੱਕ ਦਿਨ ਬੰਦਾ ਇਸ ਲੈਵਲ ਤੇ ਪਹੁੰਚ ਜਾਂਦਾ ਕਿ ਜਦੋਂ ਮਾਸਟਰ ਹੋ ਜਾਂਦਾ ਹਰ ਸ਼ੋਬੇ ਦੇ ਵਿੱਚ, ਠੀਕ ਹੈ। ਉਹ ਜਦੋਂ ਤੁਸੀਂ ਉੱਥੇ ਪਹੁੰਚਣਾ ਨਾ, ਇਨਸ਼ਾਅੱਲਾਹੁਲ ਅਜ਼ੀਜ਼ ਤੁਹਾਨੂੰ ਆਪੇ ਪਤਾ ਲੱਗ ਜਾਣਾ ਕਿ ਯਾਰ ਵਾਕਈ ਤੁਸੀਂ ਇੱਕ ਦਿਨ ਜਿਹੜਾ ਨਾ ਉਹ ਕਾਊਂਟ ਹੁੰਦਾ, ਵਾਇਰਲ ਹੁੰਦਾ, ਕਾਮਯਾਬ ਹੁੰਦਾ। ਲੋਕ ਸਮਝਦੇ ਸ਼ਾਇਦ ਇੱਕ ਰਾਤ ਦੇ ਵਿੱਚ ਹੀ ਜੰਪ ਮਾਰ ਕੇ ਆ ਗਿਆ ਸਾਹਮਣੇ। ਉਹ ਇਹ ਨਹੀਂ ਵੇਂਦੇ ਕਿ ਪਿੱਛੇ ਯਾਰ ਕਿਦੋਂ ਦਾ ਲੱਗਾ ਹੈ। ਹਰ ਦਿਨ ਜਿਹੜਾ ਤੁਹਾਡੀ ਮਿਹਨਤ ਹੈ ਨਾ, ਉਹ ਤੁਹਾਨੂੰ ਬਿਹਤਰ ਬਣਾ ਰਹੀ ਹੁੰਦੀ। ਤੇ ਹੁਣ ਮੈਂ ਇਹਨਾਂ ਦੇ ਸਵਾਲਾਂ ਦੇ ਜਵਾਬ ਦਿੰਦਾ ਇਰਫਾਨ ਭਾਈ ਦੇ, ਤੇ ਉਸ ਤੋਂ ਬਾਅਦ ਫਿਰ ਤੈਨੂੰ ਮਿਲਦੇ ਆ। ਲੋ ਜੀ ਭਾਜੀ, ਮੈਂ ਵੀ ਬ੍ਰਾਂਡ ਬਣਨਾ ਸ਼ੁਰੂ ਹੋ ਗਿਆ। ਵਿਹਲੇ ਮੁੰਡੇ ਦੀ ਤਰ੍ਹਾਂ ਮੈਨੂੰ ਵੀ ਦੋਸਤ ਯਾਰ ਬੇਲੀ ਦੂਰੋਂ ਮਿਲਣ ਆਣਾ ਸ਼ੁਰੂ ਹੋ ਗਏ ਨੇ। ਤੇ ਅਲਹਮਦੁਲਿਲਾ ਵਿਹਲੇ ਮੁੰਡੇ ਦੀ ਜਿਹੜੀ ਹੈ ਨਾ ਮਿਹਨਤ ਔਰ ਰੰਗ ਲਾ ਰਹੀ ਆਸਤਾ ਆਸਤਾ। ਹੁਣ ਅਸੀਂ ਸ਼ਾਹਕੋਟ ਜਾ ਰਹੇ ਹਾਂ। ਇੱਥੋਂ ਤਕਰੀਬਨ ਹੈਗਾ 13-14 ਕਿਲੋਮੀਟਰ। ਅਸਲ ਮੇਰੀ ਜਿਹੜੀ ਨਾ ਅਕਸਰ ਤੁਹਾਨੂੰ ਪਤਾ ਕਿ ਮੇਦੇ ਦਾ ਬੜਾ ਪ੍ਰੋਬਲਮ ਰਹਿੰਦਾ। ਅੱਜ ਫਿਰ ਜਾਣਾ ਦਵਾਈ ਲੈਣ। ਦੁਆ ਕਰਿਓ ਅੱਲਾ ਖੈਰ ਖੈਰੀਅਤ ਦੇ ਨਾਲ ਬਿਮਾਰੀ ਜਿਹੜੀ ਦੂਰ ਕਰ ਦੇ ਤੇ ਸਿਹਤਮੰਦ ਜ਼ਿੰਦਗੀ ਦੇ। ਹੁਣ ਅਸੀਂ ਚੱਲਦੇ ਹਾਂ ਜੀ ਸ਼ਾਹਕੋਟ, ਤੇ ਉੱਥੇ ਜਾ ਕੇ ਤੁਹਾਨੂੰ ਮਿਲਦੇ ਹਾਂ। 1 ਮਿੰਟ ਛੱਡ ਦੇ, ਵੀ ਕੈਮਰਾ ਛੱਡ ਦੇ, ਤੇ ਮੈਂ ਤੁਹਾਨੂੰ ਜ਼ਰਾ ਦਿਖਾਦਾ ਕਿ ਸਾਡਾ ਜਿਹੜਾ ਪੁੱਤਰ ਹੈ ਨਾ, ਪੁੱਤਰ ਮੇਰਾ ਜਿਹੜਾ ਪੁੱਤਰ, ਉਹ ਪੁੱਤਰ ਦਰਵਾਜ਼ਾ ਬੰਦ ਕਰ ਲਿਆ। ਪੁੱਤਰ ਨੇ ਕਰ ਲਿਆ ਦਰਵਾਜ਼ਾ ਬੰਦ, ਤੇ ਆਹ ਦਰਵਾਜ਼ਾ ਵੇਖ ਰਿਹਾ, ਆਹ ਖੁੱਲਾ ਹੋਇਆ। ਪੁੱਤਰ ਨੂੰ ਮੈਂ ਆਪਣੇ ਨੂੰ ਪੈਗਾਮ ਦੇ ਜਾ, ਲੈ ਵੀ ਪੁੱਤਰ, ਓ ਪੁੱਤਰ ਆਪਨੇ ਨਹੀਂ ਜਾਣਾ? ਨਹੀਂ ਮੈਂ ਨਹੀਂ ਜਾਣਾ ਯਾਰ। ਇਹ ਦੇਖੋ, ਇਹ ਕਹਿੰਦਾ ਮੈਂ ਘਰ ਹੀ ਰਹਿਣਾ, ਗਰਮੀ 'ਚ ਬਾਹਰ ਨਹੀਂ ਨਿਕਲਦਾ। ਵੈਸੇ ਅੱਛੀ ਗੱਲ ਹੈ, ਗਰਮੀ 'ਚ ਨਹੀਂ ਨਿਕਲਣਾ ਚਾਹੀਦਾ, ਲੇਕਿਨ ਅਸੀਂ ਕਿਹਾ ਇੰਜੋਏ ਕਰਾਂਗੇ, ਗੱਡੀ 'ਚ ਬੈਠ ਕੇ ਜਾਵਾਂਗੇ, ਦਵਾਈ ਲੈ ਆਵਾਂਗੇ ਨਾਲ। ਕਹਿੰਦਾ ਨਹੀਂ ਯਾਰ मैं घर रहना। तो आप फिर ऐसा करना कि घर पे रहना, गर्मी लगे तो एसी चला लेना, ठीक है। और खुद पसीने आए हो या मेरा हाँ, क्या हाल होगा? मुझे तो आए हैं, हम बाहर में गाड़ी साफ कर रहा था ना, इसलिए पसीने आए। आपको जैसे ही गर्मी लगे, ये हम मोबाइल छोड़ के जा रहे हैं आपकी मम्मा का, जहाँ पड़ा हुआ है, और आपने फ़ोन पे राब्ता रखना है, कोई भी प्रॉब्लम बनी तो। ओके बाय।
ਫਾਈਨਲੀ ਦੋਸਤੋ ਇੱਕ ਦਫਾ ਫੇਰ ਉਸੇ ਹਸਪੀਟਲ 'ਚ ਪਹੁੰਚੇ ਹਾਂ ਜਿੱਥੇ ਕਿ ਈਦ ਤੋਂ ਪਹਿਲੇ ਇਲਾਜ ਕਰਵਾਇਆ ਸੀ ਮਿਸਿਸ ਦਾ, ਤੇ ਹੁਣ ਇੱਥੇ ਆ ਕੇ ਤੇ ਦੁਬਾਰਾ ਉਹਨਾਂ ਨੂੰ ਚੈੱਕ ਕਰਵਾਉਂਦੇ ਆ ਕੀ ਮਸਲਾ ਹੈ, ਕਿਉਂਕਿ ਮਸਲਾ ਕਾਫੀ ਗੰਭੀਰ ਲੱਗ ਰਿਹਾ ਤੇ ਕੋਈ ਟੈਸਟ ਵਗੈਰਾ ਉਹਨੂੰ ਕਹਿੰਦੇ ਦੱਸੋ ਭਾਈ ਕੋਈ ਟੈਸਟ ਕਰਵਾਉਣ ਵਾਲੇ ਟੈਸਟ ਕਰਵਾ ਲਈਏ, ਅੱਲਾਹ ਤਾਲਾ ਜਲਦੀ ਤੋਂ ਜਲਦੀ ਸਿਹਤ ਤਾ ਫਰਮਾਏ। ਤੇ ਹੁਣ ਅਸੀਂ ਅੰਦਰ ਚੱਲਦੇ ਹਾਂ, ਬਾਅਦ 'ਚ ਤੁਹਾਨੂੰ ਅਪਡੇਟ ਦਿੰਦੇ ਆ ਕਿ ਕੀ ਮਸਲਾ। ਦੋਸਤੋ ਮੈਡੀਸਨ ਲੈ ਕੇ ਸਾਹਮਣੇ ਹਸਪੀਟਲ ਤੋਂ ਨਿਕਲੇ ਆ ਨਾ, ਤੇ ਇੱਥੇ ਛੋਟਾ ਜਿਹਾ ਇੱਕ ਬਿੱਲੀ ਦਾ ਬਲੂੰਗੜਾ ਜਿਹਾ ਗੱਡੀ ਦੇ ਥੱਲੇ ਫਿਰਦਾ ਪਿਆ ਸੀ। ਹੁਣ ਵੇਖਿਆ ਤੇ ਕਿਤੇ ਨਜ਼ਰ ਨਹੀਂ ਆਇਆ। ਤੇ ਦੋਸਤੋ ਜਦੋਂ ਵੀ ਇਹ ਧੁੱਪ ਦੇ ਵਿੱਚ ਗੱਡੀਆਂ ਖੜੀਆਂ ਹੋਣ ਨਾ, ਜਿਵੇਂ ਆਹ ਧੁੱਪ ਦੇ ਵਿੱਚ ਖੜੀਆਂ, ਤੇ ਲਾਜ਼ਮੀ ਥੱਲੇ ਨਜ਼ਰ ਮਾਰ ਲਿਆ ਕਰੋ ਕਿ ਕਿਤੇ ਥੱਲੇ ਬਲੂੰਗੜਾ ਤੇ ਨਹੀਂ ਬਿੱਲੀ ਦਾ। ਹੁਣ ਇਸ ਟਾਈਮ ਮੈਂ ਚੈੱਕ ਕਰ ਲਿਆ, ਕਿਤੇ ਨਹੀਂ ਹੈਗਾ, ਬਿਲਕੁਲ ਨਹੀਂ ਹੈਗਾ। ਉਹ ਕਿਤੇ ਨਾ ਨਿਕਲ ਗਿਆ, ਹੁਣ ਪਤਾ ਨਹੀਂ ਕਿਹੜੀ ਗੱਡੀ ਦੇ ਥੱਲੇ ਵੜ ਗਿਆ। ਗਰਮੀ ਦੇ ਵਿੱਚ ਉਹ ਵੀ ਨਾ ਕੋਈ ਰਸਤਾ ਲੱਭਦੇ ਐਸਾ ਕਿ ਜਿੱਥੇ ਕੁਝ ਛਾਂ ਹੋਏ, ਕਿਤੇ ਧੁੱਪ ਨਾ ਹੋਏ, ਤੇ ਬਚਣ ਵਾਸਤੇ ਗੱਡੀਆਂ ਦੇ ਥੱਲੇ ਵੜ ਜਾਂਦੇ। ਤੇ ਇਹ ਲਾਜ਼ਮੀ ਇੱਕ ਦਫਾ ਨਜ਼ਰ ਮਾਰ ਲਿਆ ਕਰੋ ਤਾਂ ਕਿ ਬਿੱਲੀ ਦੀ ਆਵਾਜ਼ ਤੇ ਆਣ ਦੀ ਇੱਥੋਂ ਕਿਤੇ ਆਸਤਾ ਆਸਤਾ ਮਿਆਉ ਮਿਆਉ ਦੀ, ਲੇਕਿਨ ਸਮਝ ਨਹੀਂ ਆ ਰਹੀ ਕਿੱਥੋਂ ਆ ਰਹੀ। ਤੁਸੀਂ ਵੀ ਜ਼ਰਾ ਧਿਆਨ ਨਾਲ ਇੱਕ ਨਜ਼ਰ ਮਾਰ ਲਿਆ ਕਰੋ ਜਦੋਂ ਵੀ ਗੱਡੀ ਚਲਾਓ, ਯਾਰ ਕੋਈ ਬੱਚਾ ਜਿਹੜਾ ਥੱਲੇ ਨਾ ਆ ਜੇ। ਐਸ ਸਾਈਡ ਤੋਂ ਕਿਤੇ ਆਵਾਜ਼ ਆਣ ਡਈ, ਹੁਣ ਸਾਡੀ ਗੱਡੀ ਦੇ ਥੱਲੇ ਨਹੀਂ ਹੈਗਾ ਇਸ ਟਾਈਮ। ਏਸੀ ਤੋਂ ਬਗੈਰ ਨਾ ਗੱਡੀ ਦੀ ਕੋਈ ਹਾਲਤ ਨਹੀਂ ਰਹਿੰਦੀ, ਬੰਦਾ ਚਲਾਉਣ ਦੇ ਕਾਬਿਲ ਨਹੀਂ। ਹੁਣ ਵੇਖੋ ਪਸੀਨੋ ਪਸੀਨੀ ਹੋ ਗਿਆ, ਹਜੇ ਬੈਠੇ ਹੀ ਆ। ਇੱਕ ਵੈਸੇ ਧੁੱਪੇ ਖੜੀ ਸੀ ਤੇ ਉਸ ਤੋਂ ਇਲਾਵਾ ਪਸੀਨੋ ਪਸੀਨੀ ਹੋ ਗਿਆ। ਆ ਨਾਲ ਨਾਲ ਲੱਗੇ ਆ ਸਬਜ਼ੀਆਂ ਲੱਗੀਆਂ, ਫਰੂਟ ਲੱਗੇ ਨੇ। ਤੇ ਅਸੀਂ ਇੱਥੋਂ ਕਿਤੋਂ ਲਾਂਗੇ, ਕੀ ਲੈਣਾ ਸਮਾਰਾ? ਆੜੂ ਤੇ ਫਾਲਸਾ। ਫਾਲਸਾ ਮੈਡਮ ਨੂੰ ਬੜਾ ਪਸੰਦ ਹੈ ਤੇ ਆੜੂ ਸੁਫਿਆਨ ਨੂੰ ਬੜੇ ਪਸੰਦ ਨੇ। ਤੇ ਇੱਥੋਂ ਕਿਤੋਂ ਪਤਾ ਕਰਦੇ ਆ। ਆ ਸਾਹਮਣੇ ਕਾਫੀ ਸਾਰੇ ਰੇੜੀਆਂ ਲੱਗੀਆਂ ਹੋਈਆਂ, ਉਹ ਸਾਹਮਣੇ ਹੈ ਜੀ, ਉਹ ਉੱਥੇ ਚੱਲਦੇ ਆ। ਆ ਚੁੱਕੇ ਆ ਭਾਈ ਉਹਨਾਂ ਕੋਲ। ਭਾਈ ਜਾਨ ਫਾਲਸਾ ਕੀ ਰੇਟ ਲਗਾਇਆ ਜੀ? 120 रुपये पाइया भाई। 120 ਰੁਪਏ ਪਾਈਆ, ਤੇ ਯਾਨੀ 500 ਰੁਪਏ ਕਿਲੋ। 450 रुपये किलो भाई। 450 रੁਪਏ किलो। 400 कर लोगे? जी भाजी हो जाएगा, कोई मसला आधा किलो कर दीजिए। ठीक है भाई, चलो थैंक यू, मेहरबानी। ओके जी। लो सर जी, थैंक यू, बहुत शुक्रिया। चलो जी मैडम जी, आ फड़ो ज़रा। ਫਾਲਸਾ ਲੈ ਲਿਆ, ਆੜੂ ਨਹੀਂ ਸੀ ਮਿਲਣ ਦੇ। ਆੜੂ ਉਹ ਸਾਹਮਣੇ ਮਿਲ ਗਏ ਜਨਾਬ, ਆ ਸਾਹਮਣੇ ਆੜੂਆਂ ਵਾਲਾ। ਇਹ ਕੋਲ ਜਾ ਕੇ ਤੇ ਹੁਣ ਆੜੂ ਲੈਣੇ ਆ। अस्सलाम वालेकुम भाईजान, की हाल है? ठीक हो? अस्सलाम वालेकुम। और सर जी से ठीक है? आड़ू की रेट लगाए जे? आड़ू सर 250। 250 रुपया। जी साढ़े वास्ते की रेट है? सर जी इस तरह मर्जी माशाल्लाह। तो मुनासिब कर लो, 2 किलो दे दो। 1 किलो हाँ। 240 230 रुपये दे देना। चलो जी, थैंक यू। वेलकम ओके सर। जी, ओके। और सुनाओ, सही जा रहा है कारोबार? अल्हम्दुलिल्लाह ਇਹ सर। ਆੜੂ ਆ ਕਿੱਥੋਂ ਰਿਹਾ ਅੱਜ ਕੱਲ? आड़ू फिलहाल तो सारे आ रहे हैं मगोरा स्वाद उस साइड तो। ਅੱਛਾ, ਮਿੱਠਾ ਵੀ ਹੋਏਗਾ ਨਾ? ਇਹ ਨਾ ਮਿੱਠਾ ਨਾ ਹੋਏ। इंशाल्लाह इसकी पहली चक्की 38 रुपये दी माशाल्लाह, ऐसा फ्लेवर है ਅੱਛਾ ਜੀ, ਚਲੋ ਜੀ, ਥੈਂਕ ਯੂ ਦੇ वेलकम ਦਿਓ सर। ਫਿਰ, ਕਿਲੋ ਦੇ ਦਿਓ। 1 किलो आड़ू दे दो। ਲਓ ਸਰ, ਪੈਸੇ ਕਰ ਲਓ ਤੇ ਬਕਾਇਆ ਦਿੰਦੇ ਜੀ। ਸਾਡੇ ਸਾਹਮਣੇ ਲੱਗੇ ਨੇ ਜਨਾਬ ਟਮਾਟਰਾਂ ਦਾ ਭਰਿਆ ਹੋਇਆ ਟਰੱਕ ਜਾ ਰਿਹਾ, ਤੇ ਮੈਂ ਸਮਝਦਾ ਸੀ ਸ਼ਾਇਦ ਇਹ ਵੀ ਆੜੂ ਨੇ। ਉਹ ਦੇਖੋ, ਉਹ ਜਾ ਰਿਹਾ ਅੱਗੇ ਅੱਗੇ। ਫਾਈਨਲੀ ਦੋਸਤੋ ਆਪਾਂ ਪਹੁੰਚ ਚੁੱਕੇ ਹਾਂ ਵਾਪਸ ਘਰ। ਮੈਡੀਸਨ ਤੇ ਰੋਟੀਆਂ ਮੇਰੇ ਕੋਲ ਨੇ, ਤੇ ਬਾਕੀ ਜਿਹੜਾ ਨਾ ਸਮਾਨ ਤਿਆਰੀ ਭਰਜਾਈ ਲੈ ਗਈ ਅੰਦਰ, ਤੇ ਮੈਂ ਵੀ ਚੱਲਦਾ ਅੰਦਰ। ਚਲੋ ਭਾਈ, ਕੁੰਡੀ ਲਗਾਈਏ। ਓਏ ਬਿਸਮਿल्लाह बिस्मिल्लाह। अरे वाह भाई वाह, क्या कूलिंग की हुई है यार, मजा आ गया, मजा। एंजॉय कर रहे हो? वाह। ਇਹਦੇ ਨਾਲ ਹੀ ਦੋਸਤੋ ਇਜਾਜ਼ਤ ਦਿਓ। ਉਮੀਦ ਹੈ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ। ਅਗਰ ਪਸੰਦ ਆਈ, ਲਾਈਕ ਸ਼ੇਅਰ ਸਬਸਕ੍ਰਾਈਬ ਲਾਜ਼ਮੀ ਕਰਿਓ। ਥੈਂਕ ਯੂ ਸੋ ਮਚ। ਅੱਲਾ ਹਾਫਿਜ਼।